देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਅਸੀਂ ਇਸ ਵੇਲੇ ਮੌਜੂਦ ਆ ਜਲੰਧਰ ਦੇ ਲਾਲਪੁਰ ਖਾਲਸਾ ਕਾਲਜ ਦੇ ਬਾਹਰ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਟੂਡੈਂਟਸ ਜਿਹੜੇ ਨੇ ਇੱਕ ਵਾਰੀ ਫੇਰ ਧਰਨੇ ਉੱਤੇ ਬੈਠ ਗਏ ਨੇ ਤੇ ਇਹਨਾਂ ਦਾ ਹਾਲੇ ਵੀ ਜਿਹੜਾ ਧਰਨੇ ਦੀ ਵਜ੍ਹਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਹੀ ਦੱਸੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਇਹਨਾਂ ਬੱਚਿਆਂ ਦਾ ਇਲਜ਼ਾਮ ਹੈ ਕਾਲਜ ਪ੍ਰਸ਼ਾਸਨ ਦੇ ਉੱਤੇ ਕਿ ਕਾਲਜ ਪ੍ਰਸ਼ਾਸਨ ਵੱਲੋਂ ਫੇਰ ਜਿਹੜਾ ਹੈ ਇਹਨਾਂ ਬੱਚਿਆਂ ਕੋਲੋਂ ਫੀਸ ਮੰਗੀ ਗਈ ਹੈ। ਇੱਥੇ ਜਿਹੜੇ ਸਟੂਡੈਂਟਸ ਮੌਜੂਦ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਨਵਦੀਪ, ਕੀ ਪੂਰਾ ਮੁੱਦਾ ਕੀ ਹੈ? ਕਿਸ ਗੱਲ ਕਰਕੇ ਅੱਜ ਤੁਸੀਂ ਫੇਰ ਦੁਬਾਰ ਤੋਂ ਜਿਹੜਾ ਹੈ ਸਟ੍ਰਾਈਕ ਦੇ ਉੱਤੇ ਜਾਂ ਹੜਤਾਲ ਦੇ ਉੱਤੇ ਪ੍ਰੋਟੈਸਟ ਕਰਨ ਲਈ ਬੈਠ ਗਏ ਹੋ? ਅੱਜ ਦਰਅਸਲ ਵਿਦਿਆਰਥੀ ਵਰਗ ਜਿਹੜਾ ਆ ਉਹ ਬੜਾ ਤੰਗ ਪਰੇਸ਼ਾਨ ਕਿਉਂ ਆ? ਕਿਉਂਕਿ ਸਾਡੇ ਸਤਿਗੁਰੂ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉੱਤੇ ਕੈਪਟਨ ਸਾਹਿਬ ਦੀ ਇੰਟਰਵਿਊ ਆਈ ਆ ਔਰ ਉਹਨਾਂ ਨੇ ਇੱਕ ਲਿਖਤ ਨੋਟੀਫਿਕੇਸ਼ਨ ਜਾਰੀ ਕੀਤੀ ਆ। ਉਹ ਕਹਿੰਦੇ ਸੀਗੇ ਕਿ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਕਰ ਦਿੱਤੀ ਆ ਔਰ ਅਸੀਂ ਇੱਕ ਨਵੀਂ ਸਕੀਮ ਜਿਹੜੀ ਲੈ ਕੇ ਆ ਰਹੇ ਆ ਜਿਹਦਾ ਨਾਮ ਡਾਕਟਰ ਅੰਬੇਡਕਰ ਐਸਸੀ ਸਕਾਲਰਸ਼ਿਪ ਸਕੀਮ ਰੱਖਿਆ ਗਿਆ ਆ। ਔਰ ਮੈਂ ਸਮਝਦਾ ਇੱਕ ਬੜਾ ਵੱਡਾ ਕਦਮ ਸੀਗਾ, ਅਸੀਂ ਐਪਰੀਸ਼ੀਏਟ ਵੀ ਕੀਤਾ। ਔਰ ਉਸ ਵਿੱਚ ਕੀਤਾ ਗਿਆ ਪੁਆਇੰਟ ਨੰਬਰ 6 ਨੋਟੀਫਿਕੇਸ਼ਨ ਦਾ ਆਪਾਂ ਸਾਰਿਆਂ ਨੂੰ ਪੜ੍ਹਨ ਵਾਲਾ ਆ। ਉਹਦੇ ਵਿੱਚ ਕਹਿੰਦੇ ਆ ਵੀ ਕੈਸ਼ਲੈਸ ਫ੍ਰੀ ਐਜੂਕੇਸ਼ਨ। ਜਿੱਥੇ ਵਰਡ ਜੁੜ ਗਿਆ ਕੈਸ਼ਲੈਸ, ਮੈਂ ਸਮਝਦਾ ਉੱਥੇ ਕੋਈ ਵੀ ਕੈਸ਼ ਦੀ ਗੱਲ ਹੋਣੀ ਜਿਹੜੀ ਆ ਉਹ ਨਾਮੁਮਕਿਨ ਆ। ਔਰ ਅਸੀਂ ਉਸ ਮੀਟਿੰਗ 'ਚ ਸ਼ਾਮਲ ਵੀ ਸੀਗੇ। ਪ੍ਰਿੰਸੀਪਲਾਂ ਦੇ ਨੁਮਾਇੰਦੇ ਜਿਹੜੇ ਕਾਲਜਾਂ ਦੇ ਉਹ ਵੀ ਸ਼ਾਮਲ ਸੀਗੇ, ਯੂਨੀਵਰਸਿਟੀ ਦੇ ਨੁਮਾਇੰਦੇ ਸ਼ਾਮਲ ਸੀਗੇ। ਇਹ ਸਾਰਾ ਤੈਅਸ਼ੁਦਾ ਤਰੀਕੇ ਨਾਲ ਸਕੀਮ ਬਣੀ ਆ। ਤੁਸੀਂ ਆਪ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ? ਬਿਲਕੁਲ ਜੀ, ਬਿਲਕੁਲ ਅਸੀਂ ਉਸ ਮੀਟਿੰਗ 'ਚ ਮੌਜੂਦ ਸੀਗੇ। ਔਰ ਇਸ ਤੋਂ ਬਾਅਦ ਜੋ ਵੀ ਜਲੰਧਰ ਦੇ ਸਾਰੇ ਕਾਲਜਾਂ ਦੀ ਇੱਕ ਮੀਟਿੰਗ ਹੋਈ ਆ, ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸੀ, ਉੱਥੇ ਵੀ ਮੈਂ ਮੌਜੂਦ ਸੀਗਾ। ਡੀਸੀ ਸਾਹਿਬ ਦੇ ਆਰਡਰ ਆ, ਮੀਡੀਆ 'ਚ ਵੀ ਉਹਨਾਂ ਨੇ ਬਿਆਨ ਦਿੱਤਾ ਕੋਈ ਕਾਲਜ 1 ਵੀ ਰੁਪਇਆ ਵਿਦਿਆਰਥੀ ਤੋਂ ਚਾਰਜ ਨਹੀਂ ਕਰ ਸਕਦਾ। ਨੋ ਬਰਡਨ ਔਨ ਦਾ ਸਟੂਡੈਂਟਸ। ਇਹ ਵਰਡ ਜਿਹੜੇ ਐਡ ਆ। ਅੱਜ ਕਿਹੜੀ ਫੀਸ ਤੁਹਾਡੇ ਕੋਲ ਮੰਗੀ ਗਈ ਹੈ ਜਿਸ ਕਰਕੇ ਤੁਸੀਂ ਪ੍ਰੋਟੈਸਟ ਤੇ ਆ ਗਏ ਹੋ? ਕਾਲਜ ਸਾਨੂੰ ਕਹਿ ਰਿਹਾ ਕਿ ਯੂਨੀਵਰਸਿਟੀ ਫੀਸ ਜੋ ਪਹਿਲਾਂ ਤੋਂ ਤੁਸੀਂ ਦਿੰਦੇ ਆ ਉਹ ਦਿਓ, ਜਦ ਕਿ ਸਕੀਮ ਦੀ ਨਵੀਂ ਸਕੀਮ ਲਾਗੂ ਕਿਉਂ ਕੀਤੀ ਗਈ? ਐਸੀ ਕਰਕੇ ਕਿ ਕਾਲਜ ਯੂਨੀਵਰਸਿਟੀ ਫੀਸ ਦੇ ਨਾਂ ਤੇ ਅਲੱਗ-ਅਲੱਗ ਫੀਸਾਂ ਲੈ ਰਹੇ ਸੀ ਬੱਚਿਆਂ ਤੋਂ, ਕੋਈ 10,000 ਕੋਈ 5,000। ਪਰ ਹੁਣ ਤਾਂ ਸਰਕਾਰ ਨੇ ਕਹਿ ਦਿੱਤਾ ਜ਼ੀਰੋ ਫੀਸ ਮਤਲਬ ਕੈਸ਼ਲੈਸ ਐਜੂਕੇਸ਼ਨ, ਜ਼ੀਰੋ ਫੀਸ ਫ੍ਰੀ ਐਜੂਕੇਸ਼ਨ। ਸੋ ਇਸ ਕਰਕੇ ਐਸਸੀ ਵਿਦਿਆਰਥੀ ਕੋਈ ਫੀਸ ਨਹੀਂ ਦੇਣਗੇ, ਸਰਕਾਰ ਦਾ ਕਹਿਣਾ ਆ। ਲਾਗੂ ਪ੍ਰਸ਼ਾਸਨ ਨੇ ਕਰਾਉਣਾ ਆ, ਪਰ ਮੈਂ ਸਮਝਦਾ ਸਰਕਾਰ ਦੇ ਆਰਡਰਾਂ ਨੂੰ ਇਹ ਜਿਹੜਾ ਪ੍ਰਸ਼ਾਸਨ ਜਿਹੜਾ ਲਾਗੂ ਨਹੀਂ ਕਰਾ ਰਿਹਾ ਔਰ ਕਾਲਜ ਉਹਨੂੰ ਮੰਨਣ ਦੇ ਵਿੱਚ ਜਿਹੜਾ ਆ ਅਸਮਰੱਥ ਹੋਏ ਪਏ ਆ। ਜੇ ਗੱਲ ਕੀਤੀ ਜਾਵੇ ਕਾਲਜ ਦੀ ਇਹ ਗੱਲ ਕਹਿਣੀ ਕਿ ਜੇ ਕੋਈ ਬਾਹਰਲੀ ਏਜੰਸੀ ਜਿੱਦਾਂ ਯੂਨੀਵਰਸਿਟੀ ਚਾਰਜ ਤੁਸੀਂ ਕਹਿ ਰਹੇ ਹੋ, ਐਗਜ਼ਾਮੀਨੇਸ਼ਨ ਚਾਰਜਸ ਤੁਸੀਂ ਕਹਿ ਰਹੇ ਹੋ, ਜੇ ਕਾਲਜ ਪ੍ਰਸ਼ਾਸਨ ਕੋਲੋਂ ਮੰਗੇ ਜਾਣਗੇ ਤੇ ਉਹ ਸਟੂਡੈਂਟ ਦੇਗਾ ਹੀ ਦੇਗਾ। ਮੈਂ ਕਹਿੰਦਾ, ਮੈਂ ਮੰਨਦਾ ਜੇ ਸਟੂਡੈਂਟ ਮੰਗੇ ਜਾਣਗੇ ਸਟੂਡੈਂਟ ਦਊਗਾ, ਪਰ ਤਾਂ ਜੇ ਕਲੇਮ ਸਟੂਡੈਂਟ ਨੇ ਲੈਣਾ ਹੋਵੇ, ਕਲੇਮ ਲੈਣਾ ਆ ਕਾਲਜ ਨੇ, ਫੀਸ ਲੈਣੀ ਆ ਕਾਲਜ ਨੇ, ਫਿਰ ਕਾਲਜ ਦਊਗਾ, ਅਸੀਂ ਥੋੜੀ ਨਾ ਦੇਵਾਂਗੇ। ਪ੍ਰਸ਼ਾਸਨ ਦਾ ਇਹ ਵੀ ਕਹਿਣਾ ਕਿ ਸਟੂਡੈਂਟ ਦੇ ਅਕਾਊਂਟ ਦੇ ਵਿੱਚ ਹੀ ਫੀਸ ਆਣੀ ਹੈ। ਨੋ, ਇਹ ਸਕੀਮ ਤੁਸੀਂ ਪੜ੍ਹੋ, ਇਹ ਸਕੀਮ ਦੇ ਵਿੱਚੋਂ ਵਿਦਿਆਰਥੀਆਂ ਦੀ ਜਿਹੜੀ ਪਾਰਟੀ ਸੀ ਉਹਨੂੰ ਬਾਹਰ ਕੱਢ ਦਿੱਤਾ ਗਿਆ ਆ। ਹੁਣ ਜੋ ਵੀ ਆ ਡਾਇਰੈਕਟ ਬੈਨੀਫਿਟ ਜਿਹੜੀ ਟ੍ਰਾਂਸਫਰ ਆ ਉਹ ਕਾਲਜ ਨੂੰ ਹੋਵੇਗੀ। ਵਿਦਿਆਰਥੀ ਜਿੰਨੇ ਵੀ ਇਨਰੋਲਮੈਂਟ ਹੋਣਗੇ ਕਾਲਜ ਨੂੰ ਉਹਦੇ ਪੈਸੇ ਆਉਣਗੇ। ਹਾਂ, ਪਿਛਲੇ ਸਾਲਾਂ ਦੇ ਨਹੀਂ ਆਏ, ਕਾਲਜ ਉਹਦੀ ਗੱਲ ਰੱਖ ਸਕਦਾ ਆ। ਪਰ ਜੇ ਇਹਨਾਂ ਨੂੰ ਇਦਾਂ ਦੀ ਗੱਲ ਸੀਗੀ ਕਿ ਅਸੀਂ ਯੂਨੀਵਰਸਿਟੀ ਫੀਸ ਲੈਣੀ ਹੈ, ਇਹ ਹੈ ਉਹ ਹੈ, ਤਾਂ ਇਹਨਾਂ ਨੂੰ ਮੀਟਿੰਗ 'ਚ ਰੱਖਣਾ ਚਾਹੀਦਾ ਸੀਗਾ। ਹੁਣ ਨਾ ਕਰਨ, ਹੁਣ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਤੰਗ ਕੀਤਾ ਜਾ ਰਿਹਾ ਔਰ ਕਹਿੰਦੇ ਜੀ ਸਾਨੂੰ ਸਕੀਮ ਸਮਝ ਨਹੀਂ ਆਈ। ਹੁਣ ਤੁਹਾਡੀਆਂ ਕੀ ਮੰਗਾਂ ਨੇ? ਕਿਹਨਾਂ ਮੰਗਾਂ ਨੂੰ ਲੈ ਕੇ ਮੇਨਲੀ ਤੁਸੀਂ ਇਸ ਵੇਲੇ ਇਸ ਪ੍ਰੋਟੈਸਟ ਤੇ ਬੈਠੇ ਹੋ? ਮੇਨ ਇੱਕੋ ਹੀ ਮੰਗ ਆ, ਵੱਡੀ ਮੰਗ ਆ ਵੀ ਅਸੀਂ ਕੋਈ ਫੀਸ ਨਹੀਂ ਦੇਵਾਂਗੇ। ਸਰਕਾਰ ਨੇ ਕਿਹਾ ਅਗਰ ਸਰਕਾਰ ਸਾਨੂੰ ਕਹਿ ਦੇਵੇ ਫੀਸ ਦੇਣ ਨੂੰ, ਨੋਟੀਫਿਕੇਸ਼ਨ ਕੱਢ ਦੇਵੇ, ਅਸੀਂ ਫੀਸ ਦੇ ਦੇਵਾਂਗੇ। ਠੀਕ ਹੈ ਜੀ। ਸੋ ਇਹ ਸਾਡੇ ਨਾਲ ਖਾਲਸਾ ਕਾਲਜ ਦੇ ਸਟੂਡੈਂਟ ਜਿਹਨਾਂ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇਹਨਾਂ ਵੱਲੋਂ ਫੀਸ ਮੰਗੀ ਗਈ ਹੈ, ਜਿਹੜੀ ਐਗਜ਼ਾਮੀਨੇਸ਼ਨ ਫੀਸ ਹੈ, ਤੇ ਇਹਨਾਂ ਦਾ ਇਹੀ ਗੱਲ ਕਹਿਣੀ ਕਿ ਜੇਕਰ ਕੈਸ਼ਲੈਸ ਕਹਿ ਦਿੱਤੀ ਗਈ ਹੈ ਤਾਂ ਕੈਸ਼ਲੈਸ ਦਾ ਮਤਲਬ ਇਹੀ ਹੋਣਾ ਚਾਹੀਦਾ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਪੈਸੇ ਦਾ ਬਰਡਨ ਹੈ ਉਹ ਇਹਨਾਂ ਐਸੀ ਬੱਚਿਆਂ ਦੇ ਉੱਤੇ ਨਹੀਂ ਆਉਣਾ ਚਾਹੀਦਾ। ਇਸ ਬਾਰੇ ਜਦ ਅਸੀਂ ਕਾਲਜ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਦੇਖੋ ਉਹਨਾਂ ਦਾ ਕੀ ਕਹਿਣਾ ਸੀ। ਇਹ ਜਿਹੜੀ ਸਕੀਮ ਪੰਜਾਬ ਗੌਰਮੈਂਟ ਨੇ ਲਾਈ ਹੈ, ਇਹ ਪੋਸਟ ਮੈਟ੍ਰਿਕ ਸਕੀਮ ਹੈਗੀ ਆ। ਇਹਦਾ ਨਾਮ ਚੇਂਜ ਕੀਤਾ ਗਿਆ, ਬਹੁਤ ਵਧੀਆ ਨਾਮ ਦੇ ਉੱਪਰ ਰੱਖੀ ਗਈ ਆ ਔਰ ਅਸੀਂ ਫੇਵਰੇਬਲ ਟੂ ਦ ਸਕੀਮ ਹੈ। ਔਰ ਇਸ ਵੇਲੇ ਜਿਹੜਾ ਮੁੱਦਾ ਆ ਰਿਹਾ ਆ ਉਹ ਇਹ ਆ ਰਿਹਾ, ਲਾਈਕ ਲਾਲਪੁਰ ਖਾਲਸਾ ਕਾਲਜ ਦੀ ਐਗਜ਼ਾਮਪਲ ਲੈ ਲਈਏ, ਮੈਂ ਸ਼ੋਰ ਕਹਿਣਾ ਵੀ ਮੈਨੂੰ 1 ਰੁਪਈਆ ਨਹੀਂ ਚਾਹੀਦਾ ਔਰ ਨਾਲ ਮੈਂ ਇਹ ਕਹਿ ਰਿਹਾ ਵੀ ਮੇਰੇ ਤੋਂ ਕੋਈ ਪੈਸੇ ਮੰਗੇ ਵੀ ਨਾ। ਜੇ ਕੋਈ ਏਜੰਸੀ, ਬਾਹਰਲੀ ਏਜੰਸੀ ਜਾਂ ਗਵਰਨਮੈਂਟ ਏਜੰਸੀ ਜਾਂ ਕੋਈ ਚੀਜ਼ ਮੇਰੇ ਤੋਂ ਪੈਸਾ ਮੰਗਦੀ ਪਈ ਆ, ਉਹ ਪੈਸਾ ਮੈਂ ਕਿੱਥੋਂ ਪੇ ਕਰੂੰਗਾ? ਉਸ ਇਸੇ ਕੰਸਰਨ ਦੇ ਨਾਲ ਆਪਣੇ ਬਹੁਤ ਹੀ ਰਿਸਪੈਕਟੇਬਲ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਈ ਸੀ ਲਾਸਟ, ਉਹਦੇ 'ਚ ਸੁਜੈਸ਼ਨ ਵੀ ਦਿੱਤਾ ਸੀ ਔਰ ਮੇਰੇ ਉਹਦੇ 'ਤੇ ਵਰਕ ਵੀ ਕਰ ਰਹੇ ਪਏ ਨੇ ਕਿ ਆਪਾਂ ਇੱਕ ਕਮੇਟੀ ਬਣਾ ਲਈਏ ਜਿਹਦੇ 'ਚ ਕੋਈ ਪ੍ਰਿੰਸੀਪਲ ਵੀ ਲੈ ਲਈਏ, ਕੁਛ ਬੱਚਿਆਂ ਦੇ ਵੀ ਨੋਮੀਨੀ ਲੈ ਲਈਏ, ਯੂਨੀਵਰਸਿਟੀਆਂ ਦੇ ਨੋਮੀਨੀ ਵੀ ਲੈ ਲਈਏ
ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨੋਮੀਨੀ ਵੀ ਲੈ ਲਈਏ, ਉਹਨਾਂ ਨਾਲ ਬਹਿ ਕੇ ਇੱਕ ਸਲਾਹ ਕਰ ਲਈਏ। ਜੇ ਯੂਨੀਵਰਸਿਟੀ ਜਾਂ ਕੋਈ ਗਵਰਨਮੈਂਟ ਜਾਂ ਹੋਰ ਏਜੰਸੀ ਰੁਪਈਆ ਨਹੀਂ ਮੰਗਦੀ ਤਾਂ ਅਸੀਂ ਕਿਉਂ ਮੰਗਾਂਗੇ? ਇਹ ਤਾਂ ਸਾਡੇ ਬੱਚੇ ਨੇ। ਮੈਂ ਤਾਂ ਇਹਨਾਂ ਨੂੰ ਆਪ ਕਹਿੰਦਾ ਨਾ ਵੀ ਲਾਇਲਪੁਰ ਇਜ਼ ਯੂਅਰ ਹੋਮ। ਆਪਾਂ ਲਾਇਲਪੁਰ ਨੂੰ ਉਸ ਸਕੀਮ ਤੇ ਚੱਲੀਏ ਕਿ ਲਾਇਲਪੁਰ ਨੂੰ ਘਾਟਾ ਨਾ ਪਵੇ। ਜਿਹੜੀ ਚੀਜ਼ ਬਾਹਰ ਕੋਈ ਮੰਗਦਾ ਉਹ ਦੇ ਦਿਓ, ਬਾਕੀ ਨਥਿੰਗ ਐਲਸ। ਔਰ ਸਟਿਲ ਜਦੋਂ ਦੀ ਨਵੀਂ ਪਾਲਿਸੀ ਆਈ ਆ, ਮੈਂ ਸਭ ਤੋਂ ਪਹਿਲਾਂ ਅਸੈਪਟ ਕੀਤੀ ਆ। ਔਰ ਇਹਦੇ 'ਚ ਮੈਂ ਕਹਿਣਾ ਵੀ ਯੈਸ, ਵੀ ਕੋਈ ਏਜੰਸੀ ਜਦੋਂ ਪੈਸਾ ਨਹੀਂ ਮੰਗੂਗੀ ਤਾਂ ਮੈਂ ਮੰਗ ਹੀ ਨਹੀਂ ਸਕਦਾ। ਕਿਹੜੀ ਏਜੰਸੀ ਸਿਰ ਪੈਸਾ ਮੰਗ ਰਹੀ ਹੈ ਤੇ ਕਿਸ ਚੀਜ਼ ਦੇ ਚਾਰजेस ਮੰਗੇ ਜਾ ਰਹੇ ਨੇ ਤੇ ਉਹ ਚਾਰजेस ਕੁੱਲ ਕਿੰਨੇ ਕੁ ਨੇ? ਲਾਈਕ ਉਹਦੇ 'ਚ ਦੋ ਚੀਜ਼ਾਂ ਨੇ। ਰਜਿਸਟ੍ਰੇਸ਼ਨ ਹੋ ਗਈ, ਜੇ ਨਵਾਂ ਬੱਚਾ ਆ ਰਿਹਾ ਉਹਦੀ ਰਜਿਸਟ੍ਰੇਸ਼ਨ ਹੋ ਗਈ ਆ, ਉਹਦੀ ਮਾਈਗ੍ਰੇਸ਼ਨ ਫੀਸ ਹੋ ਗਈ ਆ, ਉਹਦੀ ਐਲੀਜੀਬਿਲਟੀ ਫੀਸ ਹੋ ਜਾਂਦੀ ਆ, ਉਹਦੀ ਐਗਜ਼ਾਮੀਨੇਸ਼ਨ ਫੀਸ ਹੋ ਜਾਂਦੀ ਹੈ। ਇਸ ਵੇਲੇ ਐਗਜ਼ਾਮੀਨੇਸ਼ਨ ਫੀਸ ਬਾਰੇ ਗੱਲਬਾਤ ਚੱਲਦੀ ਪਈ ਆ ਔਰ ਇਹ ਤਕਰੀਬਨ ਮੈਨੂੰ ਲੱਗਦਾ ਆ ਇਹ 3000 ਰੁਪਇਆ ਪਹਿਲੀ ਵਾਰ ਪੈ ਜਾਂਦਾ ਤੇ ਇੱਦਾਂ ਹੀ 2300 ਰੁਪਇਆ ਸੈਕੰਡ ਸਮੈਸਟਰ 'ਚ ਪੈਂਦਾ ਹੈ। ਤੇ ਜਿਹੜੇ ਸੈਕੰਡ ਥਰਡ ਜਾਂ ਫਿਫਥ ਦੇ ਨੇ ਉਹਨਾਂ ਦੀ ਕੰਟੀਨਿਊ ਫੀਸ ਹੁੰਦੀ, ਉਹਨਾਂ ਦੇ ਪੈਸੇ ਥੋੜ੍ਹੇ ਘੱਟ ਹੁੰਦੇ, 1000 ਰੁਪਇਆ ਉਹਨਾਂ ਦਾ ਘੱਟ ਪੈ ਜਾਂਦਾ। ਬਾਕੀ ਨਥਿੰਗ, ਮੈਂ ਤਾਂ ਆਲਰੇਡੀ ਇਹਨਾਂ ਨਾਲ ਇਸ ਸਕੀਮ 'ਤੇ ਚੱਲਦਾ ਪਿਆ ਵੀ ਨਥਿੰਗ, ਕੋਈ ਨਾ ਮੰਗੇ ਮੈਂ ਮੰਗਦਾ ਨਹੀਂ। ਹੁਣ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਇੱਦਾਂ ਕਰੀਏ ਵੀ ਸੀਰੀਅਸ ਸਟੂਡੈਂਟ ਦੀ ਲਿਸਟ ਬਣਾ ਲਈਏ, ਫਿਰ ਉਹਨਾਂ ਬਾਰੇ ਆਪਾਂ ਸੋਚਣ ਲੱਗ ਪਾਂਗੇ। ਜੋ ਪਾਲਿਸੀ ਆਪਾਂ ਇਕੱਠੇ ਬਹਿ ਕੇ, ਬੱਚੇ ਮੇਰੇ ਨਾਲ ਆ ਜਾਣ, ਲਾਈਕ ਨਵਦੀਪ ਹੈ ਉਹ ਆ ਜੇ, ਦੀਪਕ ਅਲੀ ਆ ਜੇ, ਤਾਂ ਮੈਂ ਬਹਿ ਕੇ ਪਾਲਿਸੀ ਡਿਸਕਸ ਕਰਨ ਨੂੰ ਤਿਆਰ ਬੈਠਾ, ਨਥਿੰਗ ਐਲਸ। ਔਰ ਆਪਾਂ ਇਸ ਮਾਹੌਲ ਨਾਲ ਚੱਲੀਏ ਕਿ ਇਨਵਾਇਰਨਮੈਂਟ ਗੁੱਡ ਹੋਵੇ ਜਿਹਦੇ ਤੇ ਇਹ ਬੱਚੇ ਮੈਕਸਿਮਮ ਬੈਨੀਫਿਟ ਐਜੂਕੇਸ਼ਨ ਦਾ ਲੈ ਸਕਣ। ਨਵੀਂ ਸਕੀਮ 'ਚ ਕੀ ਗਾਈਡਲਾਈਨ ਮੈਂਸ਼ਨ ਹੋਈ ਹੈ ਤੁਹਾਨੂੰ? ਨਵੀਂ ਸਕੀਮ ਦੇ ਅੰਦਰ ਜਿਹੜੀ ਅਸੀਂ ਜਿਹੜੇ ਗ੍ਰਾਂਟ ਐਂਡ ਏਡ ਦੇ ਅੰਦਰ ਹੈਗੇ ਆ, ਔਰ ਮੈਂ ਇੱਕ ਥਾਂ ਇੱਕ ਸੁਜੈਸ਼ਨ ਵੀ ਦਿੱਤਾ ਸੀ ਵੀ ਸਾਨੂੰ ਵੀ ਗਵਰਨਮੈਂਟ ਕਾਲਜ, ਗਵਰਨਮੈਂਟ ਸਕੂਲਾਂ ਦੇ ਬਰਾਬਰ ਕੰਸੀਡਰ ਕਰ ਲਓ। ਇਹਨਾਂ ਬੱਚਿਆਂ ਦੀ ਜਿਹੜੀ ਫੀਸ ਹੈ, ਜਿਵੇਂ ਗਵਰਨਮੈਂਟ ਕਾਲਜ ਵਾਲਿਆਂ ਤੋਂ ਨਹੀਂ ਲੈਂਦੇ ਜਾਂ ਗਵਰਨਮੈਂਟ ਸਕੂਲ ਵਾਲਿਆਂ ਤੋਂ ਨਹੀਂ ਲੈਂਦੇ, ਇਹਨਾਂ ਤੋਂ ਨਾ ਲਓ ਤਾਂ ਪ੍ਰੋਬਲਮ ਸੋਲਵ ਹੋ ਗਈ। ਸਾਨੂੰ ਉਸ ਮੂਮੈਂਟ ਤੇ ਜਿਹੜਾ ਐਂਡ ਆਫ ਦੈਟ, ਕਿਉਂਕਿ ਜੇ ਪਿਛਲੇ 4 ਸਾਲਾਂ 'ਚ ਵੀ ਲੈ ਲਈਏ ਸਾਨੂੰ 1 ਰੁਪਈਆ ਨਹੀਂ ਆਇਆ। ਉਹ ਪੈਸੇ ਸਾਰੇ ਬੱਚਿਆਂ ਦੇ ਖਾਤੇ 'ਚ ਆਣੇ ਸੀ ਔਰ ਸਾਨੂੰ ਰੁਪਈਆ ਨਹੀਂ ਆਇਆ। ਔਰ ਉਹ ਤਕਰੀਬਨ ਲਾਇਲਪੁਰ ਖਾਲਸਾ 13-14 ਕਰੋੜ ਰੁਪਇਆ ਬੈਲੈਂਸ ਪਿਆ। ਹੁਣ ਵੀ ਮੈਂ ਕਹਿੰਦਾ ਆਈ ਵਿਦ ਗਵਰਨਮੈਂਟ, ਵਿਦ ਡਿਸਟ੍ਰਿਕਟ ਐਡਮਿਨ, ਵਿਦ ਸਟੂਡੈਂਟ ਵਾਨ, ਕਿ ਅਸੀਂ ਇਹ ਵੀ ਸਹਿਲਾਂਗੇ ਕੋਈ ਗੱਲ ਨਹੀਂ ਲੇਟ ਆ ਜੇ ਪਰ ਆ ਜ਼ਰੂਰ ਜਾਵੇ ਤਾਂ ਕਿ ਪ੍ਰੋਪਰ ਐਕਟੀਵਿਟੀ ਜਿਹੜੀਆਂ ਲਾਇਲਪੁਰ ਖਾਲਸਾ ਕਾਲਜ ਬਾਕੀ ਕਾਲਜਾਂ 'ਚ ਹੋ ਸਕਣ। ਔਰ ਮੈਂ ਇਸ ਮੀਡੀਆ ਦੇ ਥਰੂ ਰਿਕੁਐਸਟ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਬਹੁਤ ਹੀ ਰਿਸਪੈਕਟੇਬਲ CM ਆਫ ਪੰਜਾਬ ਕਿ ਇਹ ਆਪਾਂ ਕਾਲਜਾਂ ਦੀ ਜਿਹੜੀ ਗ੍ਰਾਂਟ ਐਂਡ ਏਡ ਵਾਲੇ ਕਾਲਜ 137 ਕਾਲਜ ਨੇ, ਇਹਨਾਂ ਦੀ ਇਹ ਪ੍ਰੋਬਲਮ ਸੁਣ ਕੇ ਆਪਾਂ ਇਹਨੂੰ ਵਾਜਬ ਡਿਸੀਜਨ ਦੇ ਦਈਏ। ਨੋ ਪ੍ਰੋਬਲਮ, ਅਸੀਂ ਤੁਹਾਡੀ ਇਨ ਬਿਨ ਪਾਲਣਾ ਕਰਾਂਗੇ ਔਰ ਲਾਇਲਪੁਰ ਖਾਲਸਾ ਕਾਲਜ ਪਰਸਨਲੀ ਇਨ ਬਿਨ ਪਾਲਣਾ ਕਰੂਗਾ। ਸਰ, ਅੱਜ ਜਿਹੜਾ ਜਲੰਧਰ ਦੇ 3 ਵੱਡੇ ਕਾਲਜਸ ਜਿਹਦਾ ਤੁਹਾਡਾ ਵੀ ਨਾਮ ਹੈ, ਬਾਹਰ ਪ੍ਰੋਟੈਸਟ ਜਿਹੜਾ ਇਹਨਾਂ ਨੇ ਇਮੀਡੀਏਟ ਐਕਟੀਵੇਟ ਹੋ ਗਏ, ਕੋਈ ਗੱਲਬਾਤ ਇਹਨਾਂ ਨਾਲ ਪਹਿਲਾਂ ਕੀਤੀ ਨਹੀਂ ਗਈ ਸੀਗੀ? ਮੇਰੇ ਕੋਲ ਅੱਜ ਵੀ ਸਵੇਰੇ ਆਏ ਸੀ, ਮੈਂ ਤਾਂ ਉਹਨਾਂ ਨੂੰ ਹੁਣ ਵੀ ਕਿਹਾ ਵੀ ਬੇਟਾ ਆਪਾਂ ਨਥਿੰਗ, ਲਾਇਲਪੁਰ ਖਾਲਸਾ ਕਾਲਜ 1 ਰੁਪਈਆ ਨਹੀਂ ਮੰਗਦੇ। ਸਿਰਫ ਪ੍ਰੋਬਲਮ ਇਹੀ ਆ ਜਿਹੜੀ ਪਿਛਲੀ ਮੀਟਿੰਗ ਹੋਈ ਆ, ਜੇ ਉਹ ਕਿਤੇ ਐਗਜ਼ੀਕਿਊਟ ਹੋ ਜੇ, ਉਹਦੇ 'ਚ ਪ੍ਰੋਪਰ ਸੋਲੂਸ਼ਨ ਆ ਜੇ ਤਾਂ ਇਹ ਵੀ ਸੈਟੀਸਫਾਈਡ ਨੇ। ਦੇਰ ਆਲਸੋ ਵਾਂਟ ਦਿਸ। ਸੋ ਇਹ ਸਨ ਲਾਇਲਪੁਰ ਖਾਲਸਾ ਦੇ ਬੱਚੇ ਜਿਨ੍ਹਾਂ ਨੇ ਅੱਜ ਕਾਲਜ ਦੇ ਬਾਹਰ ਧਰਨਾ ਦਿੱਤਾ ਤੇ ਨਾਲ ਹੀ ਨਾਲ ਅਸੀਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਦੇ ਸਟੂਡੈਂਟਸ ਜਦ ਗੱਲਬਾਤ ਹੁੰਦੀ ਹੈ ਤੇ ਉਹਨਾਂ ਦਾ ਕੀ ਫੈਸਲਾ ਹੁੰਦਾ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਸਾਇਨ ਨਰੂਲਾ, ਦੈਨਿਕ ਸਵੇਰਾ TV, ਜਲੰਧਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।